बेहद दी परम महाशांति बापू जी दशरथ भाई पटेल जी ਦੇ ਪੰਜਾਬੀ ਚੈਨਲ ਤੇ ਆਪ ਜੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿ ਪਤੀ ਪਤਨੀ ਦਾ ਪਿਛਲੇ ਜਨਮਾਂ ਦਾ ਰਿਸ਼ਤਾ ਹੁੰਦਾ ਹੈ। ਪਰਮ ਸ਼ਾਂਤੀ ਇਸ ਵਿਸ਼ਾ ਤੇ ਬਾਪੂ ਜੀ ਅਤੇ ਅਨੰਤ ਜੀ ਜੋ ਕਿ ਬਾਪੂ ਜੀ ਦੇ ਸੁਪੁੱਤਰ ਹਨ ਸਵਾਲ ਅਤੇ ਜਵਾਬ ਕਰ ਰਹੇ ਹਨ। ਅਨੰਤ ਸਵਾਲ ਪੁੱਛਦੇ ਹਨ ਬਾਪੂ ਜੀ ਨੂੰ। ਪਰਮ ਸ਼ਾਂਤੀ ਬਾਪੂ ਜੀ ਤੁਹਾਡਾ ਸਵਾਗਤ ਹੈ ਅਤੇ ਅੱਜ ਸਾਡਾ ਜੋ ਸਵਾਲ ਹੈ ਉਹ ਬਹੁਤ ਇੰਪੋਰਟੈਂਟ ਯਾਨੀ ਮਹੱਤਵਪੂਰਨ ਹੈ ਕਿ ਪਤੀ ਪਤਨੀ ਦਾ ਪਿਛਲੇ ਜਨਮਾਂ ਦਾ ਰਿਸ਼ਤਾ ਜਾਂ ਸੰਬੰਧ ਹੁੰਦਾ ਹੈ। ਬਾਪੂ ਜੀ ਜਵਾਬ ਦਿੰਦੇ ਹਨ, ਵੇਖੋ ਮੈਂ ਸਿਰਫ ਪਤੀ ਪਤਨੀ ਦੇ ਰਿਸ਼ਤੇ ਦੀ ਹੀ ਗੱਲ ਨਹੀਂ ਕਰਦਾ, ਸਾਰੇ ਹੀ ਸੰਬੰਧਾਂ ਦਾ ਰਿਸ਼ਤਾ ਹੁੰਦਾ ਹੈ। ਪਤੀ ਪਤਨੀ ਦਾ ਤਾਂ ਖਾਸ ਹੁੰਦਾ ਹੈ ਨਾ। ਅਸੀਂ ਅੱਜ ਪਤੀ ਪਤਨੀ ਦੇ ਰਿਸ਼ਤੇ ਜਾਂ ਸੰਬੰਧ ਦੇ ਗੱਲ ਕਰਦੇ ਹਾਂ ਤੇ ਪਤੀ ਪਤਨੀ ਦਾ ਰਿਸ਼ਤਾ ਤੇ ਕਹਿੰਦੇ ਹਨ ਨਾ ਕਿ ਜਨਮ ਜਨਮਾਂਤਰਾਂ ਦਾ ਰਿਸ਼ਤਾ ਹੁੰਦਾ ਹੈ ਤੇ ਪਤੀ ਪਤਨੀ ਦਾ ਜਨਮ ਜਨਮਾਂਤਰਾਂ ਦਾ ਰਿਸ਼ਤਾ ਹੁੰਦਾ ਹੈ। ਪਰ ਹੁਣ ਇਸ ਰਿਸ਼ਤੇ ਤੇ ਗੜਬੜ ਹੋ ਰਹੀ ਹੈ। ਬ੍ਰਹਮਾ ਨੇ ਸਭ ਤੋਂ ਪਹਿਲਾਂ ਸ਼ੁਰੂ ਤੇ ਸਪਤ ਰਿਸ਼ੀ ਬਣਾਏ ਸਨ, ਯਾਨੀ ਸਭ ਤੋਂ ਪਹਿਲਾਂ 7 ਪਰਮ ਪੁਰਸ਼ ਬਣਾਏ ਸਨ ਤੇ ਉਹਨਾਂ ਤੋਂ ਪਹਿਲੇ ਪਰਮ ਪੁਰਸ਼ ਦੀ ਰਚਨਾ ਹੋਈ ਸੀ, ਯਾਨੀ ਸਭ ਤੋਂ ਪਹਿਲਾਂ ਪਰਮ ਪੁਰਸ਼ ਦੀ ਰਚਨਾ ਹੋਈ ਸੀ। ਫਿਰ ਕਿਤੇ ਅਨੇਕ ਪਰਮ ਪੁਰਸ਼ਾਂ ਦੀ ਰਚਨਾ ਹੋਈ ਸੀ। ਉਹਨਾਂ ਵਿੱਚੋਂ ਕਈ ਗਿਰਦੇ ਗਏ ਯਾਨੀ ਉਹਨਾਂ ਦੇ ਪਰਮ ਤੱਤਾਂ ਤੇ ਹਲਕਾਪਨ ਆਂਦਾ ਗਿਆ ਤੇ ਉਹ ਨੀਚੇ ਗਿਰਦੇ ਗਏ ਤੇ ਉਹ ਫਿਰ ਦੇਵਤੇ ਬਣੇ ਅਤੇ ਦੇਵਤੇ ਤੋਂ ਫਿਰ ਮਨੁੱਖ ਬਣੇ ਤੇ ਪੁਰਸ਼ ਦੇ ਨਾਲ ਹਮੇਸ਼ਾ ਉਸ ਦੀ ਓਰੀਜਨਲ ਯਾਨੀ ਅਸਲੀ ਮੂਲ ਪ੍ਰਕਿਰਤੀ ਯਾਨੀ ਮੂਲ ਸ਼ਕਤੀ ਹੁੰਦੀ ਹੈ, ਜਿਸ ਤਰ੍ਹਾਂ ਕਿ ਸ਼ਿਵ ਦੀ ਮੂਲ ਪ੍ਰਕਿਰਤੀ ਯਾਨੀ ਮੂਲ ਸ਼ਕਤੀ ਪਾਰਵਤੀ ਹੈ। ਇਸੇ ਤਰ੍ਹਾਂ ਹਰ ਇੱਕ ਪੁਰਸ਼ ਦੀ ਮੂਲ ਸ਼ਕਤੀ ਹੁੰਦੀ ਹੈ। ਪਰ ਕਈ ਪੁਰਸ਼ ਜਦੋਂ ਸੂਖਮ ਜਗਤ ਤੇ ਹੁੰਦੇ ਹਨ ਉਦੋਂ ਕਈ ਕਾਰਨਾਂ ਕਰਕੇ ਜਦੋਂ ਕੋਈ ਕੰਮ ਕਰਨਾ ਹੋਵੇ ਤੇ ਉਹ ਪੁਰਸ਼ ਇੱਕ ਤੋਂ ਜ਼ਿਆਦਾ ਸ਼ਕਤੀਆਂ ਯਾਨੀ ਪ੍ਰਗਤੀਆਂ ਦਾ ਇਸਤੇਮਾਲ ਕਰ ਲੈਂਦਾ ਹੈ। ਇਸ ਤਰ੍ਹਾਂ ਇੱਕ ਤੋਂ ਜ਼ਿਆਦਾ ਸ਼ਕਤੀਆਂ ਉਸ ਇੱਕ ਪੁਰਸ਼ ਦੀਆਂ ਹੋ ਜਾਂਦੀਆਂ ਹਨ ਅਤੇ ਉਹ ਸ਼ਕਤੀਆਂ ਧਰਤੀ ਤੇ ਕੰਮ ਕਰਨ ਲਈ ਆਉਂਦੀਆਂ ਹਨ। ਇਸ ਤਰ੍ਹਾਂ ਫਿਰ ਕਈ ਅਰਬਾਂ ਖਰਬਾਂ ਸਾਲਾਂ ਤੱਕ ਉਹ ਸ਼ਕਤੀਆਂ ਕਿਤੇ ਅਤੇ ਕਿਸ ਨਾਲ ਜੁੜ ਗਈਆਂ ਇਹ ਪਤਾ ਨਹੀਂ ਹੁੰਦਾ। ਹੁਣ ਜਿਸ ਤਰ੍ਹਾਂ ਧਰਤੀ ਦਾ ਅੰਤ ਦਾ ਸਮਾਂ ਹੈ, ਕਲਯੁਗ ਸ਼ੁਰੂ ਹੋਇਆ ਹੈ ਅਤੇ ਉਹ ਆਤਮਾਵਾਂ ਯਾਨੀ ਪੁਰਸ਼ ਦੀਆਂ ਸ਼ਕਤੀਆਂ ਆਪਣੇ ਅਸਲੀ ਪੁਰਖ ਨੂੰ ਲੱਭਦੀਆਂ ਰਹਿੰਦੀਆਂ ਹਨ। ਉਹਨਾਂ ਸ਼ਕਤੀਆਂ ਨੂੰ ਕਈ ਵਾਰ ਕਿਤੇ ਨਾ ਕਿਤੇ ਲੱਭਦੇ ਆਪਣਾ ਅਸਲੀ ਪੁਰਸ਼ ਮਿਲ ਜਾਂਦਾ ਹੈ ਅਤੇ ਉਹ ਉਸ ਪੁਰਸ਼ ਨਾਲ ਕਨੈਕਟ ਮਤਲਬ ਜੁੜ ਜਾਂਦੀਆਂ ਹਨ। ਇਸ ਕਰਕੇ ਕਈ ਰਾਜਿਆਂ ਨੂੰ ਇੱਕ ਤੋਂ ਜ਼ਿਆਦਾ ਕਈ ਰਾਣੀਆਂ ਹੁੰਦੀਆਂ ਸਨ। ਇਹ ਜਵਾਬ ਇਸ ਗੱਲ ਦਾ ਵੀ ਹੈ ਕਿ ਇੱਕ ਪੁਰਸ਼ ਨੂੰ ਕਈ ਪਤਨੀਆਂ ਕਿਸ ਤਰ੍ਹਾਂ ਹੋ ਜਾਂਦੀਆਂ ਹਨ ਅਤੇ ਇੱਕ ਰਾਜਾ ਨੂੰ ਕਈ ਰਾਣੀਆਂ ਕਿਉਂ ਹੁੰਦੀਆਂ ਹਨ। ਜਦੋਂ ਦਾ ਬ੍ਰਹਮੰਡ ਸ਼ੁਰੂ ਹੋਇਆ ਸੀ ਤੇ ਉਸੇ ਪੁਰਸ਼ ਨੇ ਕੰਮ ਕਰਵਾਉਣ ਲਈ ਆਪਣੀਆਂ ਕਈ ਸ਼ਕਤੀਆਂ ਉਦੋਂ ਹੀ ਕੱਢੀਆਂ ਸਨ। ਇਸ ਕਰਕੇ ਇੱਕ ਪੁਰਸ਼ ਨੂੰ ਕਈ ਪਤਨੀਆਂ ਹੁੰਦੀਆਂ ਸਨ। ਪਰ ਹੁਣ ਲੰਬਾ ਸਮਾਂ ਨਿਕਲ ਜਾਣ ਕਰਕੇ ਉਹ ਆਤਮਾਵਾਂ ਕਈ ਜਨਮਾਂ ਦੇ ਜੰਮਣ ਮਰਨ ਦੇ ਚੱਕਰਾਂ ਤੇ ਆਉਂਦੀਆਂ ਰਹੀਆਂ। ਇਸ ਕਰਕੇ ਉਹਨਾਂ ਸ਼ਕਤੀਆਂ ਦੇ ਕਈ ਵੱਖ-ਵੱਖ ਸੰਬੰਧ ਜੁੜ ਗਏ, ਬਹੁਤ ਸੰਬੰਧ ਬਣ ਗਏ। ਇਸ ਕਰਕੇ ਪਹਿਲਾਂ ਦੇ ਸਮੇਂ ਤੇ ਔਰਤਾਂ ਦੀ ਗਿਣਤੀ ਬਹੁਤ ਹੁੰਦੀ ਸੀ। ਇਸ ਕਰਕੇ ਪਹਿਲਾਂ ਹਿੰਦੂ ਧਰਮ ਤੇ ਕੁੜੀ ਦੇ ਪੈਦਾ ਹੁੰਦੇ ਹੀ ਉਸ ਨੂੰ ਦੁੱਧ ਪੀਤੀ ਮਤਲਬ ਜਾਨੋਂ ਮਾਰ ਦਿੰਦੇ ਸਨ। ਪਰ ਅੱਜ ਕੱਲ੍ਹ ਗਰਭ 'ਚ ਹੀ ਕੁੜੀਆਂ ਨੂੰ ਮਾਰ ਦਿੰਦੇ ਹਨ ਕਿਉਂਕਿ ਕੁੜੀਆਂ ਦੀ ਗਿਣਤੀ ਪਹਿਲਾਂ ਬਹੁਤ ਸੀ। ਜ਼ਿਆਦਾ ਗਿਣਤੀ ਦਾ ਕਾਰਨ ਇਹ ਸੀ ਕਿ ਪੁਰਸ਼ ਨੇ ਅਨੇਕ ਯਾਨੀ ਇੱਕ ਤੋਂ ਜ਼ਿਆਦਾ ਸ਼ਕਤੀਆਂ ਬਣਾਈਆਂ ਤੇ ਉਹ ਅਨੇਕ ਸ਼ਕਤੀਆਂ ਜੋ ਇਸਤਰੀਆਂ ਯਾਨੀ ਔਰਤਾਂ ਬਣ ਗਈਆਂ ਤੇ ਅਖੀਰ ਤੇ ਉਹ ਧਰਤੀ ਤੇ ਹੁਣ ਆਉਣਗੀਆਂ। ਪਹਿਲਾਂ ਸੂਖਮ ਜਗਤ 'ਚ ਸਨ, ਹੁਣ ਸਥੂਲ ਜਗਤ ਤੇ ਆਉਣਗੀਆਂ। ਜਦੋਂ ਉਹ ਸੂਖਮ ਜਗਤ ਤੋਂ ਧਰਤੀ ਤੇ ਆਉਣਗੀਆਂ ਅਤੇ ਫਿਰ ਜਿਸ ਤੋਂ ਉਹਨਾਂ ਦੀ ਸਰਜਨਾ ਯਾਨੀ ਰਚਨਾ ਹੋਈ ਹੈ ਉਸ ਨੂੰ ਲੱਭਣਗੀਆਂ ਨਾ। ਤੇ ਇੱਕ ਪੁਰਸ਼ ਨੇ ਕਈ ਸ਼ਕਤੀਆਂ ਕੱਢੀਆਂ ਸਨ ਜਦੋਂ ਉਹ ਸੂਖਮ ਜਗਤ ਤੇ ਸੀ। ਪਰ ਉਸ ਪੁਰਖ ਨੇ ਬਹੁਤ ਪਹਿਲਾਂ ਅਰਬਾਂ ਖਰਬਾਂ ਸਾਲਾਂ ਪਹਿਲਾਂ ਕਈ ਸ਼ਕਤੀਆਂ ਕੱਢੀਆਂ ਸਨ। ਹੁਣ ਉਹ ਪੁਰਖ ਧਰਤੀ ਤੇ ਆ ਗਏ ਹਨ ਅਤੇ ਉਹਨਾਂ ਦੇ ਨਾਲ ਹੀ ਉਹ ਜਿਹੜੀਆਂ ਕਿ ਅਨੇਕ ਸ਼ਕਤੀਆਂ ਸਨ ਉਹ ਵੀ ਧਰਤੀ ਤੇ ਆ ਗਈਆਂ।
ਪਰ ਪੁरुष ਅਤੇ ਉਸ ਦੀਆਂ ਅਨੇਕ ਸੂਖਮ ਜਗਤ ਵਾਲੀਆਂ ਸ਼ਕਤੀਆਂ ਇਕੱਠੇ ਇੱਕ ਸਾਥ ਧਰਤੀ ਤੇ ਨਹੀਂ ਆਏ, ਵੱਖ-ਵੱਖ ਆਏ ਤੇ ਇਸ ਕਰਕੇ ਉਸ ਦੀ ਸ਼ਕਤੀਆਂ ਹੁਣ ਉਹਨੂੰ ਯਾਨੀ ਆਪਣੇ ਪੁरुष ਨੂੰ ਲੱਭਣਗੀਆਂ ਨਾ। ਤੇ ਹੁਣ ਉਹ ਮਨੁੱਖ ਯਾਨੀ ਪੁरुष ਅਤੇ ਸ਼ਕਤੀਆਂ ਸਾਕਾਰ ਰੂਪ ਤੇ ਯਾਨੀ 5 ਤੱਤਾਂ ਤੇ ਧਰਤੀ ਤੇ ਕਈ ਜਨਮਾਂ ਤੋਂ ਆਏ ਹੋਏ ਹਨ, ਪਰ ਆਪਣੇ ਆਪਣੇ ਅਸਲੀ ਪੁਰਖ ਅਤੇ ਸ਼ਕਤੀ ਨੂੰ ਨਾ ਪਹਿਚਾਣਨ ਕਰਕੇ ਇੱਕ ਦੂਜੇ ਦੇ ਕ੍ਰਾਸ ਕਨੈਕਸ਼ਨ ਯਾਨੀ ਗਲਤ ਸੰਪਰਕਾਂ ਤੇ ਆਏ ਹਨ। ਇਸ ਕਰਕੇ ਸੰਬੰਧ ਖਰਾਬ ਹੋ ਰਹੇ ਹਨ। ਹੁਣ ਕੋਈ ਇੱਕ ਆਤਮਾ ਇੱਕ ਜਨਮ ਤੇ ਛੱਡੀ, ਦੂਸਰੇ ਜਨਮ ਤੇ ਦੂਸਰੀ ਛੱਡੀ, ਇਸ ਤਰ੍ਹਾਂ ਕਈ ਆਤਮਾਵਾਂ ਸੰਪਰਕਾਂ ਤੇ ਆਈਆਂ। ਸੰਕਲਪਾਂ ਯਾਨੀ ਵਿਚਾਰਾਂ ਤੇ ਵੀ ਕਈ ਵਾਰ ਇੱਕ ਦੂਜੇ ਦੇ ਨਾਲ ਵਿਚਾਰ ਦਾ ਆਪਸ 'ਚ ਟਾਕਰਾ ਹੋ ਜਾਂਦਾ ਹੈ ਤੇ ਵਿਚਾਰਾਂ ਤੇ ਵੀ ਪਿਆਰ ਹੋ ਜਾਂਦਾ ਹੈ। ਇਹ ਵੀ ਇੱਕ ਕਾਰਨ ਹੈ ਸੰਬੰਧ ਖਰਾਬ ਹੋਣ ਦਾ। ਮੂਲ ਪ੍ਰਕਿਰਤੀ ਯਾਨੀ ਅਸਲੀ ਪ੍ਰਕਿਰਤੀ ਅਤੇ ਅਲੱਗ ਪ੍ਰਕਿਰਤੀ ਕੱਢਣ ਕਰਕੇ ਵੀ ਇਹ ਸਭ ਗੜਬੜ ਹੋ ਗਈ ਹੈ। ਇਸ ਕਰਕੇ ਪੁरुष ਅਤੇ ਪ੍ਰਕਿਰਤੀ ਯਾਨੀ ਸ਼ਕਤੀ ਦੇ ਅੱਜ ਸੰਬੰਧ ਖਰਾਬ ਹੁੰਦੇ ਜਾ ਰਹੇ ਹਨ। ਪੁरुष ਪ੍ਰਕਿਰਤੀ ਦੇ ਖਰਾਬ ਸੰਬੰਧ ਦਾ ਮਤਲਬ ਪਤੀ ਪਤਨੀ ਦੇ ਸੰਬੰਧਾਂ ਦਾ ਖਰਾਬ ਹੋਣ ਦੀ ਵਜ੍ਹਾ ਵੀ ਇਹ ਹੈ ਕਿ ਉਸ ਦੀ ਮੂਲ ਪ੍ਰਕਿਰਤੀ ਉਹਦੇ ਨਾਲ ਨਹੀਂ ਹੈ। ਉਸਨੇ ਯਾਨੀ ਪੁरुष ਨੇ ਦੂਸਰੀ ਤੀਸਰੀ ਇਸ ਤਰ੍ਹਾਂ ਵੱਖ-ਵੱਖ ਪ੍ਰਕਿਰਤੀਆਂ ਅੱਜ ਤੋਂ ਅਰਬਾਂ ਖਰਬਾਂ ਸਾਲਾਂ ਪਹਿਲਾਂ ਪੈਦਾ ਕੀਤੀਆਂ ਸਨ। ਉਹਨਾਂ ਦਾ ਭੋਗ ਅੱਜ ਉਹ ਭੋਗ ਰਿਹਾ ਹੈ, ਦੁੱਖ ਅੱਜ ਉਹਨੂੰ ਮਿਲ ਰਿਹਾ ਹੈ। ਬਾਪੂ ਜੀ ਕਹਿੰਦੇ ਹਨ, ਮੇਰੀਆਂ ਗੱਲਾਂ ਸਮਝ 'ਚ ਨਹੀਂ ਆਉਣਗੀਆਂ, ਇਹ ਬਹੁਤ ਡੂੰਘੀਆਂ ਹਨ। ਅਨੰਤ ਕਹਿੰਦੇ ਹਨ, ਆਉਣ ਵਾਲੇ ਵਕਤ 'ਚ ਕੁਝ ਜੇਕਰ ਧਾਰਮਿਕ ਨਜ਼ਰੀਏ ਨਾਲ ਸੋਚੀਏ ਤੇ ਇਹ ਗੱਲ ਹੌਲੀ-ਹੌਲੀ ਸਮਝ ਆਉਂਦੀ ਹੈ, ਕਿਉਂਕਿ ਵੇਖੋ ਇਸਲਾਮ ਧਰਮ ਦੇ ਅੰਦਰ ਵੀ ਕਈ ਵਿਆਹ ਕਰਨ ਦੀ ਗੱਲ ਹੈ। ਬਾਪੂ ਜੀ 4 ਵਿਆਹ ਤੇ ਕਾਨੂੰਨੀ ਤੌਰ ਤੇ ਘੱਟ ਤੋਂ ਘੱਟ ਕਰਨ ਦੀ ਗੱਲ ਹੈ, ਪਰ ਗੈਰ ਕਾਨੂੰਨੀ ਤੇ ਕਿੰਨੇ ਵਿਆਹ ਕਰਦੇ ਹਨ? ਆਨੰਦ ਉਹ ਵੱਖਰੀ ਗੱਲ ਹੈ, ਪਰ ਸਾਡੇ ਹਿੰਦੂ ਧਰਮ ਤੇ ਵੀ ਜਿਸ ਤਰ੍ਹਾਂ ਰਾਜਾ ਦਸ਼ਰਥ ਦੀ ਵੀ 3 ਰਾਣੀਆਂ ਸਨ। ਬਾਪੂ ਜੀ ਰਾਜਾ ਜਨਕ ਦੀਆਂ ਤੇ 10,000 ਰਾਣੀਆਂ ਸਨ। ਆਨੰਦ ਹੁਣ ਕਈ ਸ਼ਾਸਤਰਾਂ ਤੇ ਇਹ ਵੀ ਦੱਸਿਆ ਗਿਆ ਹੈ ਕਿ ਜੋ ਉਸ ਜਗ੍ਹਾ ਤੇ ਸੀ ਉਸ ਨੂੰ ਜਨਕ ਦੱਸਿਆ ਜਾਂਦਾ ਸੀ, ਪਰ ਮੈਨੂੰ ਇਹ ਪਤਾ ਨਹੀਂ ਕਿ ਇਹ ਗੱਲ ਸੱਚੀ ਹੈ ਕਿ ਨਹੀਂ। ਬਾਪੂ ਜੀ ਪਰ ਰਾਜਾ ਜਨਕ ਦੀਆਂ 10,000 ਰਾਣੀਆਂ ਹੁੰਦੇ ਹੋਏ ਵੀ ਰਾਜਾ ਜਨਕ ਨੂੰ ਰਾਜ ਰਿਸ਼ੀ ਯਾਨੀ ਇੱਕ ਸਾਥ ਹੀ ਰਾਜਾ ਵੀ ਅਤੇ ਰਿਸ਼ੀ ਵੀ ਕਿਹਾ ਜਾਂਦਾ ਸੀ। ਰਾਜਾ ਹੁੰਦੇ ਹੋਏ ਉਹ ਰਿਸ਼ੀ ਯਾਨੀ ਸੰਤ ਸੀ। ਰਾਜ ਰਿਸ਼ੀ ਕਹਿਣ ਦੀ ਬਹੁਤ ਮੂਲ ਯਾਨੀ ਅਸਲ ਵਜ੍ਹਾ ਇਹ ਹੁੰਦੀ ਸੀ ਕਿ ਆਤਮਾ ਦੀ ਆਪਣੀ ਪਿਓਰਿਟੀ ਮਤਲਬ ਆਪਣੀ ਸ਼ੁੱਧਤਾ ਦੀ ਸ਼ਕਤੀ ਹੈ। ਤਪੱਸਿਆ ਦੀ ਸ਼ਕਤੀਆਂ ਹਨ। ਆਤਮਾ ਤੇ ਤਪੱਸਿਆ ਸੀ, ਪਾਵਰ ਸੀ, ਇਸ ਲਈ ਰਾਜਾ ਨੂੰ ਰਾਜ ਰਿਸ਼ੀ ਕਿਹਾ ਜਾਂਦਾ ਸੀ। ਕਿਉਂਕਿ ਰਿਸ਼ੀਆਂ ਦੀਆਂ ਕਈ ਪਤਨੀਆਂ ਹੁੰਦੀਆਂ ਸਨ ਨਾ। ਮੈਂ ਸੁਣਿਆ ਹੈ ਕਿ ਕਿਸੇ ਰਿਸ਼ੀ ਦੀ 13 ਪਤਨੀਆਂ ਸਨ। ਫਿਰ ਜਿਸ ਤਰ੍ਹਾਂ ਚੰਦਰਦੇਵ ਦੀਆਂ 27 ਪਤਨੀਆਂ ਸਨ, ਉਹਨਾਂ ਵਿੱਚੋਂ ਸਿਰਫ ਇੱਕ ਪਤਨੀ ਜਿਸ ਦਾ ਨਾਂ ਰੋਹਿਣੀ ਸੀ ਉਹਨੂੰ ਹੀ ਪਿਆਰ ਕਰਦਾ ਸੀ ਨਾ। ਚੰਦਰਦੇਵ ਦੀ 27 ਪਤਨੀਆਂ ਰਾਜਾ ਦਕਸ਼ ਪ੍ਰਜਾਪਤੀ ਦੀ ਧੀਆਂ ਸਨ ਤੇ ਫਿਰ ਦਕਸ਼ ਪ੍ਰਜਾਪਤੀ ਨੇ ਚੰਦਰਦੇਵ ਨੂੰ ਸ਼ਰਾਪ ਦਿੱਤਾ ਸੀ ਨਾ। ਤੇ ਕਿਤੇ ਨਾ ਕਿਤੇ ਸ਼ਕਤੀਆਂ ਕਰਮਾਂ ਦੇ ਲੇਖੇ ਜੋਖੇ ਤੇ ਆ ਜਾਂਦੀਆਂ ਹਨ ਨਾ। ਕਿਤੇ ਨਾ ਕਿਤੇ ਤੇ ਪੁਰਸ਼ ਦੀ ਅਸਲੀ ਪ੍ਰਕਿਰਤੀ ਹੋਏਗੀ। ਜਦੋਂ ਉਹ ਆਪਣੇ ਅਸਲੀ ਪੁਰਖ ਨੂੰ ਮਿਲੇਗੀ ਉਦੋਂ ਹੀ ਪੁਰਸ਼ ਨੂੰ ਪ੍ਰਕਿਰਤੀ ਦਾ ਸੁੱਖ ਮਿਲੇਗਾ। ਬਾਕੀ ਦੂਸਰੀ ਪ੍ਰਕਿਰਤੀਆਂ ਦੇ ਨਾਲ ਤੇ ਉਹਨੇ ਦੁੱਖ ਹੀ ਮਿਲੇਗਾ, ਕਿਉਂਕਿ ਸੁੱਖ ਦਾ ਪੁਰਸ਼ ਨੂੰ ਆਪਣੀ ਅਸਲੀ ਪ੍ਰਕਿਰਤੀ ਤੋਂ ਹੀ ਮਿਲੇਗਾ। ਇਸੇ ਤਰ੍ਹਾਂ ਬਾਕੀ ਪੁਰਸ਼ ਪ੍ਰਕਿਰਤੀਆਂ ਇੱਕ ਦੂਜੇ ਦੇ ਕਨੈਕਸ਼ਨ ਯਾਨੀ ਸੰਪਰਕ ਤੇ ਆਂਦੇ ਗਏ। ਇਸ ਤਰ੍ਹਾਂ ਦੇ ਕਈ ਰਾਜਾ ਹੋਏ ਜਿਨ੍ਹਾਂ ਨੂੰ 1000 ਰਾਣੀਆਂ, 2000 ਰਾਣੀਆਂ, 5000 ਰਾਣੀਆਂ ਸਨ। ਇੱਕ ਵਾਰ ਚੀਨ ਤੇ ਮੈਂ ਵੇਖਿਆ ਇੱਕ ਰਾਜਾ ਦੀਆਂ 10,000 ਰਾਣੀਆਂ ਸਨ। ਇਹ ਅੱਜ ਤੋਂ 2000 ਸਾਲ ਪੁਰਾਣੀ ਗੱਲ ਕਰਦਾ ਹਾਂ। ਮੈਂ ਇੱਕ ਵਾਰ ਹਿਸਟਰੀ ਆਫ ਚੀਨ ਮਤਲਬ ਚੀਨ ਦਾ ਇਤਿਹਾਸ ਟੀਵੀ ਤੇ ਵੇਖ ਰਿਹਾ ਸੀ। ਇਹ ਬਹੁਤ ਸਾਲ ਪੁਰਾਣਾ ਵੇਖਿਆ ਸੀ। ਤੇ ਇਸ ਤਰ੍ਹਾਂ ਦੇ ਕਈ ਰਾਜਾ ਹੋਏ। ਹਿੰਦੂਆਂ ਤੇ ਵੀ ਇਸ ਤਰ੍ਹਾਂ ਦੇ ਕਈ ਰਾਜਾ ਹੋਏ, ਬਹੁਤ ਰਾਜਾ ਹੋਏ। ਤੁਹਾਨੂੰ ਰਾਜਾ ਜਨਕ ਤੋਂ ਵੱਡਾ ਹੋਰ ਕਿਹੜਾ ਉਦਾਹਰਣ ਦੇਵਾਂ? ਰਾਜਾ ਦਸ਼ਰਥ ਦੀ ਵੀ ਕਈ ਰਾਣੀਆਂ ਸੀ। ਇਸ ਤਰ੍ਹਾਂ ਕਈ ਰਾਣੀਆਂ ਦਾ ਰਿਵਾਜ ਕਿੱਥੋਂ ਆਇਆ? ਕਈ ਰਿਸ਼ੀ ਪਤਨੀਆਂ, ਰਿਸ਼ੀਨੀਆਂ ਦੀਆਂ ਬਹੁਤ ਪਤਨੀਆਂ ਹੁੰਦੀਆਂ ਸਨ।
ਇੱਕ ਪੁਰਸ਼ ਦੀਆਂ ਜ਼ਿਆਦਾ ਪਤਨੀਆਂ ਦਾ ਰਿਵਾਜ ਕਿੱਥੋਂ ਆਇਆ, ਇਸ ਦਾ ਵੀ ਪਤਾ ਲੱਗਦਾ ਹੈ। ਅਨੰਤ: ਤੇ ਇਹ ਤੇ ਬਾਪੂ ਜੀ ਆਪਣੇ ਖੁਦ ਦੇ ਕਰਮ ਬੰਧਨ ਹੋਏ। ਬਾਪੂ ਜੀ: ਜਿਸ ਤਰ੍ਹਾਂ ਕਿ ਇੱਕ ਰਿਸ਼ੀ, ਉਸ ਦਾ ਨਾਮ ਮੈਂ ਭੁੱਲ ਗਿਆ ਹਾਂ, ਉਸ ਦੀ 2 ਪਤਨੀਆਂ ਦਿੱਤੀ ਅਤੇ ਅਦਿਤੀ ਸਨ। ਇਸ ਤੋਂ ਇਲਾਵਾ ਉਸ ਦੀਆਂ 13 ਪਤਨੀਆਂ ਸਨ। ਦਿੱਤੀ ਅਤੇ ਅਦਿਤੀ ਤੋਂ ਦੇਵਤੇ ਪੈਦਾ ਹੋਏ ਅਤੇ ਦੈਤ ਵੀ ਪੈਦਾ ਹੋਏ। ਅਨੰਤ ਕਹਿੰਦੇ ਹਨ, ਹਾਂ ਇਹ ਕਹਾਣੀ ਹੈ। ਬਾਪੂ ਜੀ ਕਹਿੰਦੇ ਹਨ, ਨਹੀਂ, ਇਹ ਕਹਾਣੀ ਨਹੀਂ, ਸੱਚਾਈ ਹੈ। ਪਰ ਇਸ ਤਰ੍ਹਾਂ ਦੇ ਰਿਸ਼ੀ ਰਾਜ ਰਿਸ਼ੀਆਂ ਦੀ ਤਰ੍ਹਾਂ ਤਪੱਸਿਆ ਕਰਦੇ ਸਨ। ਅਨੰਤ ਕਹਿੰਦੇ ਹਨ, ਮਤਲਬ ਉਸ ਵਕਤ ਉਸ ਆਤਮਾ ਦੀ ਅਵਸਥਾ ਜੋ ਹੁੰਦੀ ਸੀ, ਉਸ ਨੂੰ ਉੱਚੀ ਅਵਸਥਾ ਮੰਨਿਆ ਜਾਂਦਾ ਸੀ। ਬਾਪੂ ਜੀ: ਹਾਂ, ਆਤਮਾ ਦੀ ਅਵਸਥਾ ਤੇ ਸੀ ਨਾ, ਆਤਮਾ ਦੀ ਸ਼ਕਤੀ ਹੁੰਦੀ ਸੀ। ਅਨੰਤ: ਮਤਲਬ ਆਤਮਾ ਉਸ ਵਕਤ ਤੇ ਤਮੋ ਗੁਣ ਯਾਨੀ ਬੁਰੇ ਵਿਚਾਰਾਂ ਵਾਲੀ ਨਹੀਂ ਸਨ, ਸਤੋ ਗੁਣੀ ਯਾਨੀ ਚੰਗੇ ਅਤੇ ਸੱਚੇ ਵਿਚਾਰਾਂ ਵਾਲੀ ਆਤਮਾ ਸੀ, ਤੇ ਉਸ ਦੇ ਅੰਦਰ ਜੋ ਸੱਚ ਦੇ ਗੁਣ ਹੁੰਦੇ ਹਨ ਉਹ ਸਨ। ਇਸ ਲਈ ਸ਼ਾਇਦ ਉਹਨਾਂ ਨੂੰ ਜ਼ਿਆਦਾ ਰਾਣੀਆਂ ਦੇ ਹੋਣ ਦੇ ਬਾਵਜੂਦ ਵੀ ਵਿਕਾਰੀ ਨਹੀਂ ਕਿਹਾ ਗਿਆ। ਬਾਪੂ ਜੀ: ਹਾਂ, ਉਹਨਾਂ ਨੇ ਦੇਹ ਦੇ ਨਾਲ ਲਗਾਵ ਵਾਲੀ ਗੱਲ ਨਹੀਂ ਹੁੰਦੀ ਸੀ, ਵਾਕਈ ਨਹੀਂ ਹੁੰਦੀ ਸੀ। ਅਨੰਤ: ਜਿਸ ਤਰ੍ਹਾਂ ਕ੍ਰਿਸ਼ਨ ਦੀ ਵੀ ਇੰਨੀ ਸਾਰੀਆਂ ਰਾਣੀਆਂ ਦੱਸਦੇ ਹਨ। ਬਾਪੂ ਜੀ: ਕ੍ਰਿਸ਼ਨ ਦੀਆਂ 16,108 ਰਾਣੀਆਂ ਸਨ। ਵਿਸ਼ਨੂੰ ਪੁਰਾਣ ਪੜ੍ਹੋ ਨਾ। ਪਰ ਕ੍ਰਿਸ਼ਨ ਨੇ 16,108 ਰੂਪ ਕੱਢੇ ਸਨ, ਮਤਲਬ ਹਰ ਰਾਣੀ ਨਾਲ ਕ੍ਰਿਸ਼ਨ ਆਪ ਹੀ ਹੁੰਦੇ ਸਨ। ਇਹ ਕੋਈ ਨਹੀਂ ਜਾਣਦਾ। ਇਹ ਗੱਲ ਨਾਰਦ ਨੇ ਦੱਸੀ ਸੀ। ਬਾਪੂ ਜੀ ਕਹਿੰਦੇ ਹਨ ਕਿ ਮੈਂ ਇੱਕ ਵਾਰ ਪੜ੍ਹਿਆ ਸੀ, ਕ੍ਰਿਸ਼ਨ ਮੇਰਾ ਬਹੁਤ ਖਾਸ ਪਿਆਰਾ ਪਰਮਾਤਮਾ ਸੀ। ਮੈਂ ਕ੍ਰਿਸ਼ਨ ਨੂੰ ਬਹੁਤ ਮੰਨਦਾ ਸੀ ਕਿਉਂਕਿ ਉਹਨਾਂ ਦਾ ਕਰੈਕਟਰ ਯਾਨੀ ਚਰਿੱਤਰ ਬਹੁਤ ਉੱਚਾ ਸੀ। ਇੱਕ ਵਾਰ ਮੈਂ ਪੜ੍ਹਿਆ ਸੀ ਕਿ ਨਾਰਦ ਉਹਨਾਂ ਦੇ ਮਹਿਲ ਤੇ ਗਏ ਅਤੇ ਉਹ ਸਾਰੀਆਂ ਰਾਣੀਆਂ ਦੇ ਮਹਿਲ ਤੇ ਸੂਖਮ ਸਰੀਰ ਧਾਰਨ ਕਰਕੇ ਵੇਖਣ ਲੱਗੇ। 1 ਸੈਕਿੰਡ ਤੇ ਇੱਕ ਰਾਣੀ ਦੇ ਮਹਿਲ ਤੇ ਵੇਖਦੇ ਅਤੇ 1 ਸੈਕਿੰਡ ਤੇ ਦੂਸਰੀ ਰਾਣੀ ਦੇ ਮਹਿਲ ਤੇ ਵੇਖਦੇ। ਨਾਰਦ ਤਾਂ ਸੂਖਮ ਸਰੀਰ ਧਾਰਨ ਕਰਦੇ ਸਨ ਨਾ, ਤੇ ਹਰ ਘੜੀ ਜਿੱਥੇ ਵੀ ਵੇਖਿਆ ਉਹਨਾਂ ਨੂੰ ਕ੍ਰਿਸ਼ਨ ਨਜ਼ਰ ਆਏ। ਫਿਰ ਉਹਨਾਂ ਨੇ ਵੇਖਿਆ ਕਿ ਕ੍ਰਿਸ਼ਨ ਨੇ 16,108 ਰੂਪ ਧਾਰਨ ਕੀਤੇ ਹੋਏ ਹਨ ਅਤੇ ਰੂਪ ਧਾਰਨ ਕਰਕੇ ਹਰ ਪਤਨੀ ਦੇ ਨਾਲ ਹਨ, ਤੇ ਰੂਪ ਧਾਰਨ ਕਰਕੇ ਉਹ ਹਰ ਪਤਨੀ ਦੇ ਨਾਲ ਯਾਨੀ 16,108 ਪਤਨੀਆਂ ਦੇ ਨਾਲ ਰੂਪ ਤੇ ਹਨ। ਇਸ ਤਰ੍ਹਾਂ ਉਹਨਾਂ ਦੇ 10 ਮੁੰਡੇ ਅਤੇ ਇੱਕ ਕੁੜੀਆਂ ਪੈਦਾ ਹੋਈਆਂ ਅਤੇ ਕ੍ਰਿਸ਼ਨ ਨੇ 120 ਸਾਲ ਦੀ ਉਮਰ ਤੇ ਸਰੀਰ ਛੱਡਿਆ। ਕ੍ਰਿਸ਼ਨ ਆਲਮਾਈਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਦਾ ਅਵਤਾਰ ਸੀ। ਰਾਮ ਵੀ ਆਲਮਾਈਟੀ ਅਥਾਰਟੀ ਦਾ ਅਵਤਾਰ ਸੀ। ਕ੍ਰਿਸ਼ਨ ਦਾ ਪ੍ਰੋਜੈਕਟ ਯਾਨੀ ਇੱਕੋ ਇੱਕ ਮੁੱਖ ਕੰਮ ਸ੍ਰਿਸ਼ਟੀ ਦਾ ਬਦਲਾਅ ਯਾਨੀ ਸਮੁੱਚੇ ਜਗਤ ਦਾ ਬਦਲਾਅ ਕਰਨਾ ਸੀ। ਸੋਨੇ ਦੀ ਦਵਾਰਿਕਾ ਬਣਾ ਕੇ ਬਦਲਾਵ ਕਰਨਾ ਸੀ, ਪਰ ਉਹ ਨਹੀਂ ਕਰ ਸਕਿਆ। ਇਹ ਉਸ ਦੀ ਅਨਫੋਰਚੂਨੇਟ ਮਤਲਬ ਬਦਕਿਸਮਤੀ ਹੈ। ਅਨੰਤ: ਚਲੋ ਬਾਪੂ ਜੀ, ਇਹ ਸਵਾਲ ਇੱਥੇ ਹੀ ਖਤਮ ਕਰਦੇ ਹਾਂ ਕਿ ਪਤੀ ਪਤਨੀ ਦਾ ਜੋ ਰਿਸ਼ਤਾ ਹੈ ਉਹ ਪਿਛਲੇ ਜਨਮਾਂ ਦਾ ਹੈ। ਅੱਛਾ ਬਾਪੂ ਜੀ, ਉਹ ਜਿਹੜੀ 7 ਜਨਮਾਂ ਵਾਲੀ ਗੱਲ ਸੀ ਉਹ ਵੀ ਦੱਸ ਦਿਓ। ਬਾਪੂ ਜੀ: ਸਾਡੇ ਹਿੰਦੂ ਧਰਮ ਤੇ ਜਦੋਂ ਵਿਆਹ ਕਰਦੇ ਹਨ ਤੇ 7 ਗਠਬੰਧਨ ਯਾਨੀ 7 ਗੱਠ ਜੋੜ ਕਰਦੇ ਹਨ ਨਾ, ਤੇ ਜੋ ਇਹ ਆਸ਼ੀਰਵਾਦ ਦਿੰਦੇ ਹਨ ਕਿ 7 ਜਨਮਾਂ ਤੱਕ ਤੁਹਾਡੀ ਜੋੜੀ ਬਣੀ ਰਵੇ। ਇਸ ਤਰ੍ਹਾਂ ਦਾ ਆਸ਼ੀਰਵਾਦ ਬਾਹਮਣ ਦਿੰਦੇ ਹਨ। ਜਦੋਂ ਨਵਾਂ ਜੋੜਾ ਪੰਡਿਤਾਂ ਦੇ ਪੈਰੀ ਹੱਥ ਲਾਉਂਦੇ ਹਨ, ਸਭ ਤੋਂ ਪਹਿਲਾਂ ਆਸ਼ੀਰਵਾਦ ਇਹੀ ਦਿੰਦੇ ਸਨ। ਪਰ ਹੁਣ 7 ਜਨਮਾਂ ਵਾਲੀ ਗੱਲ ਤਾਂ ਰਹੀ ਨਹੀਂ। ਬਹੁਤ ਕਰਮਾਂ ਦੇ ਲੇਖੇ ਜੋਖੇ ਆ ਗਏ ਹਨ। ਕਿਤੇ ਨਾ ਕਿਤੇ ਪਿਛਲੇ ਜਨਮਾਂ ਦੇ ਕਰਮ ਬੰਨਣ ਯਾਨੀ ਕਰਮਾਂ ਦਾ ਹਿਸਾਬ ਕਿਤਾਬ ਆਇਆ ਤੇ ਦੂਸਰੇ ਜਨਮਾਂ ਤੇ ਕਰਮ ਬੰਧਨ ਆਉਂਦੇ ਹੀ ਹਨ। ਇਸ ਲਈ ਵਿਕਰਮ ਵਿਨਾਸ਼ ਯਾਨੀ ਪਿਛਲੇ ਜਨਮ ਦੇ ਪਾਪਾਂ ਦਾ ਹਿਸਾਬ ਕਿਤਾਬ ਖਤਮ ਕਰਕੇ ਆਤਮ ਸਰੂਪ ਬਣੋ, ਮਤਲਬ ਆਪਣੀ ਆਤਮਾ ਨੂੰ ਪਹਿਚਾਣੋ, ਉਸ ਦੇ ਰੂਪ ਨੂੰ ਜਾਣ ਕੇ ਪਰਮਾਤਮਾ ਨੂੰ ਯਾਦ ਕਰੋ। ਆਲਮਾਈਟੀ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨਾਲ ਸੰਬੰਧ ਜੋੜੋ। ਪਾਵਰ ਹਾਊਸ ਨਾਲ ਯਾਨੀ ਪਰਮ ਪਿਤਾ ਨਾਲ ਸੰਬੰਧ ਜੋੜੋ। ਪਾਵਰ ਹਾਊਸ ਨਾਲ ਜਦੋਂ ਸੰਬੰਧ ਜੋੜੋਗੇ ਤੇ ਆਤਮਾ ਵਿੱਚ ਸ਼ਕਤੀ ਆਏਗੀ। ਸ਼ਕਤੀ ਆਉਣ ਕਰਕੇ ਕਾਰਨ ਸਰੀਰ ਚਾਰਜ ਮਤਲਬ ਸ਼ਕਤੀ ਨਾਲ ਭਰ ਜਾਏਗਾ। ਸਥੂਲ ਅਤੇ ਸੂਖਮ ਸਰੀਰ ਸਭ ਸ਼ਕਤੀ ਨਾਲ ਭਰ ਜਾਣਗੇ ਅਤੇ ਵਿਕਰਮ ਦਾ ਨਾਸ ਹੋ ਜਾਏਗਾ। ਆਤਮਾ ਹਲਕੀ ਯਾਨੀ ਭਾਰਹੀਨ ਹੋ ਜਾਏਗੀ ਅਤੇ ਕਰਮਾਤੀਤ ਅਵਸਥਾ ਯਾਨੀ ਕਰਮਾਂ ਦੇ ਚੰਗੇ ਅਤੇ ਮਾੜੇ ਨਤੀਜਿਆਂ ਤੋਂ ਰਹਿਤ ਅਵਸਥਾ ਹੋ ਜਾਏਗੀ।
ਜਦੋਂ ਕਰਮਾਤੀਤ ਅਵਸਥਾ ਬਣ ਜਾਏਗੀ ਤੇ ਤੁਸੀਂ ਇੱਕ ਦਿਨ ਉੱਚੇ ਤੋਂ ਉੱਚੇ ਪਰਮ ਧਾਮ ਤੇ ਚਲੇ ਜਾਓਗੇ। ਆਨੰਦ। ਬਾਪੂ ਜੀ, ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਇਸ ਸਵਾਲ ਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ।